सती के साँचे पांडे परम सम्मान जबर तख्त क्षेत्र जी के मामला जुगो जुगो अटल सतगुरु धन धन साहिब श्री गुरु ग्रंथ साहिब जी महाराज सच्चे पातशाह जी के हजूर शहीदी पंद्रवाड़े के संबंध विच धन धन साहिब श्री गुरु गोबिंद सिंह महाराज जी के चार साहिबजादे माता गुजर कौर गुरु के प्यारे और महान शहीदां दी कुर्बानी नूं चेते करदिआं होए विशेष समागमां दी हाज़री परदे अंदर बैठे हो प्रबंधक कमेटी गुरु की संगतां और बीबी जसप्रीत कौर जी खालसा लुधियाने वाले गुरु घर तो बड़े प्रेमी कीर्तनीय हैं भैन जी होरां दे उपराले सदका मेरा छोटा वीर गुरनूर सिंह जो अच्छे तबला वादक ने गुरु घर दे विच समागमां दौरान तबले की सेवा निभाउंदे है तिन्हां गुरमुखां दे उपराले सदका प्रबंधक कमेटी के सहयोग नाल महान ये गुरमत समागम कराए जा रहे हैं। सत संगत जी आप जी ने वख-वख जत्थियां पासों गुरबाणी कीर्तन श्रवण कीते हैं। मेरे तो उपरंत भी रागी साहबान गुरु के प्यारे हरजा साहब श्रवण कराएंगे। और जितना कुछ समा मेरे पास है गुरु का वो इतिहास सत्संग जी लहू भीजे हुए पन्ने परिवार विछोड़ा हो जाना आनंदा दी पुरी नूं गुरु गोबिंद सिंह महाराज जी ने छड्डिया। चमकौर दी जंग विच वड्डे दो पुत्र अखां दे सामने गुरु गोबिंद सिंह महाराज जी ने बेरा बेरा करा दिते। छोटे उधर सरहद विच नीहां विच जिन के शहीद किए गए। माछीवाड़े के जंगलों में टिंड का सराहना ला के बाजां वाले प्रीतम माही सुते। शिकवा कोई नहीं रब्बी गीत गाया। मित्र प्यारे नूं हाल मुरीदां दा कहना। ये सारा जिहड़ा इतिहास है मैं सत्संग दी केवल बोलना नहीं ते आप जी ने केवल सुनना नहीं है बल्कि आपां उत्थे गुरु गोबिंद सिंह महाराज जी के चरणों में पुग के दर्शन करने। आपां मैं केवल बोलना नहीं तो तुसी केवल सुनना नहीं।
ਪ੍ਰਤੱਖ ਆਪਾਂ ਜਾ ਕੇ ਦਰਸ਼ਨ ਕਰਨੇ ਹਨ। ਆਓ ਇਤਿਹਾਸ ਦੀ ਲੜੀ ਪ੍ਰਾਰੰਭ ਕਰ ਸਕਾਂ। ਇਹ ਇਤਿਹਾਸ ਦਾ ਉਹ ਬੇਸ਼ੁਮਾਰ ਬਹੁਮੁੱਲਾ ਬੇਕੀਮਤੀ ਪੰਨਾ ਹੈ ਜਿਹੜਾ ਸੁਣ ਕੇ ਪੱਥਰ ਵੀ ਪਿੰਗਲ ਜਾਂਦੇ। ਜਾਰ ਜਾਰ ਖੋਜੀਦਾ ਬਾਜਾਂ ਵਾਲੇ ਪ੍ਰੀਤਮ ਤੁਸਾਂ ਐਸੀ ਕਰ ਵਿਖਾਈ। ਗੁਰਫਤਿਹ ਨਾਲ ਸਾਂਝ ਬਖਸ਼ੋ ਕਲਗੀ ਵਕਤਰ ਪ੍ਰੀਤਮ। ਬਾਜਾਂ ਵਾਲੀ ਸਰਕਾਰ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦੀ ਆਵਾਜ਼ ਨੂੰ ਖੋਲੋ ਥੋੜਾ ਜਿਹਾ, ਦੱਬੀ ਜੀ ਹੈ। ਵਾਹਿਗੁਰੂ 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 ਵਾਹਿਗੁਰੂ। ਥੋੜੇ ਟ੍ਰੈਵਲ ਜੀ ਦੇ ਦਿਓ, ਬੇਸ ਕਿਆ ਜ਼ਿਆਦਾ ਹੈ। ਵਾਹਿਗੁਰੂ ਜੀ ਠੀਕ ਹੈ। ਮਾਛੀਵਾੜੇ ਦੇ ਜੰਗਲਾਂ ਵਿੱਚ ਪ੍ਰੀਤਮ ਮਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੰਡ ਦਾ ਸਰਾਣਾ ਲਾ ਕੇ ਸੁੱਤੇ ਐ ਤੇ ਉਲਾਂਭਾ ਕੋਈ ਨਹੀਂ। ਉਸ ਕਰਤੇ ਪਰਮੇਸ਼ਵਰ ਵਾਹਿਗੁਰੂ ਦੀ ਰਜ਼ਾ ਵਿੱਚ ਇਹ ਰੱਬੀ ਗੀਤ ਗਾਇਆ ਵੀ ਮੇਰੇ ਪਿਆਰੇ ਮਿੱਤਰ ਨੂੰ ਕੋਈ ਮੁਰੀਦਾਂ ਦਾ ਹਾਲ ਦੱਸੋ, ਉਹਦੇ ਹਾਲ ਵਿੱਚ ਉਹਦੀ ਕਿਰਪਾ ਬਖਸ਼ਿਸ਼ ਵਿੱਚ ਅਸੀਂ ਸਦਾ ਚੜ੍ਹਦੀ ਕਲਾ ਚ। ਜਿਹੜਾ ਬਚਨ ਹਜ਼ੂਰ ਨੇ ਜਫਰਨਾਮਾ ਸਾਹਿਬ ਵਿੱਚ ਜ਼ਿਕਰ ਕੀਤਾ ਹੈ, ਆਖਿਆ ਨਾ ਤਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਨਾ ਤਾਜ ਹੈ ਨਾ ਬਾਜ ਹੈ ਨਾ ਫੌਜ ਹੈ ਨਾ ਆਪਣਾ ਫਰਸ਼। ਆਪਣੀ ਸਰਜ਼ਮੀਨ ਧਰਤੀ ਅਨੰਦਪੁਰ ਸਾਹਿਬ ਹੈ। ਪਰ ਉਹ ਰੰਗਿਆ ਅਸੀਂ ਉਸ ਕਰਤੇ ਪਰਮੇਸ਼ਵਰ ਵਾਹਿਗੁਰੂ ਦੀ ਰਜ਼ਾ ਵਿੱਚ ਅੱਜ ਵੀ ਰਾਜੀ ਆ ਤੇ ਮੁਖਾਤਬ ਹੋ ਕੇ ਅੱਲਾ ਨੂੰ ਆਖਿਆ ਖੁਦਾਵੰਦ ਬਖਸ਼ੰਦਾ ਐਸ਼ ਅਰਸ਼। ਤੁਹਾਨੂੰ ਬੇਨਤੀ ਕਰਾਂ ਸਾਧ ਸੰਗਤ, ਆਪਣੀਆਂ ਬਿਰਤੀਆਂ ਨੂੰ ਵਿੰਨਿਓ। ਬੱਚਿਆਂ ਨੂੰ ਬੇਨਤੀ ਵੀ ਉਧਰ ਬੈਠ ਜਾ, ਬੇਟਾ ਉੱਠ ਕੇ ਉਹ ਸਾਹਮਣੇ ਚਲੇ ਜਾ, ਉੱਥੇ ਬੈਠ ਜਾ ਸਾਹਮਣੇ। ਸ਼ਾਬਾਸ਼ ਮੇਰੇ ਪੁੱਤਰ, ਗਾਥਾ ਜਿਗਣ ਪੈਂਦਾ। ਤੁਹਾਨੂੰ ਅਰਜ਼ ਕਰਾਂ ਜਿੰਨਾ ਕੁ ਸਮਾਂ ਮੈਂ ਬੇਨਤੀ ਕਰਤੀ ਹੈ ਵਿੰਨੇ ਰਹਿਣਾ ਹੈ। ਆਪਣੀ ਸੁਰਤ ਨੂੰ ਆਪਾਂ ਅਨੰਦਪੁਰ ਸਾਹਿਬ ਛੱਡਿਆ ਤੇ ਨਾਲ ਚੱਲ ਰਹੇ ਹਾਂ। ਆਪਾਂ ਸਰਸਾ ਦੇ ਕੰਢੇ ਤੇ ਦੀਵਾਨ ਸਜਿਆ ਤੇ ਦੀਵਾਨਾਂ ਵਿੱਚ ਛੋਹ ਮਾਣ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਇਹ ਮਹਿਸੂਸ ਕਰਨਾ, ਇਹ ਮੰਨਣਾ। ਤੁਸਾਂ ਚਮਕੌਰ ਦੀ ਗੜੀ ਵਿੱਚ ਜਾ ਕੇ ਵੇਖਣਾ ਕੀ ਹੋਇਆ। ਸਮਾਂ ਮਿਲਿਆ ਤੇ ਸਰਹੰਦ ਦੀ ਆਪਾਂ ਫੇਰੀ ਕਰਨੀ ਹੈ। ਠੰਡੇ ਬੁਰਜ 'ਚ ਮਾਂ ਆਪਣੇ ਦੋ ਲਾਲਾਂ ਨੂੰ, ਦੋਵਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗਲਵਕੜੀ 'ਚ ਕਿਵੇਂ ਬੈਠੀ ਹੈ, ਇਹ ਦਰਸ਼ਨ ਕਰਨੇ ਸਾਧ ਸੰਗਤ ਜੀ। ਆਪਾਂ ਉੱਚੀ ਆਵਾਜ਼ ਪੜੋ ਜਿਹੜਾ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਕਰਤਾਰ ਦੇ ਉਸ ਵਾਹਿਗੁਰੂ ਦੇ ਮੁਖਾਤਬ ਹੋ ਕੇ ਆਖਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਂਗ ਨਿਵਾਸਾਂ ਦੇ ਰਹਿਣਾ। ਤੁਧ ਬਿਨ ਤੇਰੇ ਤੋਂ ਬਿਨਾ ਹੈ ਕਰਤੇ ਵਾਹਿਗੁਰੂ, ਰੋਗ ਰਜਾਈਆਂ ਦਾ ਓਢਣ। ਉੱਡਣਾ ਲੈਣਾ, ਰਜਾਈਆਂ ਦਾ ਲੈਣਾ, ਰਜਾਈਆਂ ਦਾ ਉੱਡਣਾ ਵੀ ਤੇਰੇ ਬਿਨਾ ਰੋਗ ਹੈ। ਜੇ ਤੂੰ ਕੋਲ ਨਹੀਂ ਤੇ ਲੱਖਾਂ ਐਸ਼ਵਰਜ ਜੀਵਨ 'ਚ ਹੋਣ, ਸੁਖ ਸਹੂਲਤਾਂ ਹੋਣ, ਸਭੇ ਆਨੰਦ ਮੰਗਲਮ ਨੇ। ਉਹ ਆਨੰਦ ਫਿੱਕੇ ਨੇ, ਉਹ ਕੌੜੇ ਨੇ ਜੇ ਤੂੰ ਨਹੀਂ ਹੈ, ਜੇ ਤੇਰੀ ਯਾਦ ਨਹੀਂ। ਤੇਰੇ ਤੋਂ ਬਿਨਾਂ ਰਜਾਈਆਂ ਦਾ ਨਿੱਕ ਵੀ ਰੋਗ ਹੈ। ਨਾਂਗ ਨਿਵਾਸਾਂ ਦੇ ਰਹਿਣਾ, ਉਹਨੂੰ ਭੁਲਾ ਕੇ ਲੱਖਾਂ ਭਾਵੇਂ
ਬੜੀਆਂ ਬੇਸ਼ੁਮਾਰ ਕੀਮਤੀ ਸੇਜਾਂ ਹੋਣ ਤੇ ਇਸ ਤਰ੍ਹਾਂ ਹੈ ਜਿਵੇਂ ਕੋਈ ਨਾਂਗਾਂ ਦੇ ਨਾਲ ਜ਼ਰੀਲੇ ਸੱਪਾਂ ਨਾਲ ਸੁੱਤਾ ਪਿਆ ਹੋਵੇ। ਜੇ ਤੂੰ ਯਾਦ ਵਿੱਚ ਹੈ ਫਿਰ ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰ ਦਾ ਤੇ ਸੱਥਰ ਵੀ ਚੰਗਾ ਹੈ, ਉਹਦੀ ਦਿੱਤੀ ਹੋਈ ਕੰਡਿਆਂ ਦੀ ਸੇਜ ਵੀ ਭਲੀ ਹੈ। ਪੱਥਰ ਕੰਕਰ ਵਿਖੇ ਹੋਣ ਉਹਦੇ ਤੇ ਆਰਾਮ ਕਰਦੇ ਹੋਈਏ, ਇਹ ਵੀ ਚੰਗਾ। ਯਾਰ ਦੇ ਸੱਥਰ ਵੀ ਭਲੇ ਨੇ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਤੇ ਹਜ਼ੂਰ ਨੇ ਕਿਹਾ ਪੱਟ ਖੇੜਿਆਂ ਦਾ ਰਹਿਣਾ, ਪੱਟ ਖੇੜਿਆਂ 'ਚ ਟੁੱਟਿਆ ਹੋਇਆਂ ਵਿੱਚ ਰਹਿਣਾ। ਤੇ ਕੀ ਗਾਇਆ ਕੀ ਆਖਿਆ, ਪੜੋ ਸਾਰੀ ਸੰਗਤ ਦੀ ਆਵਾਜ਼ ਕਿਰਪਾ ਕਰਿਆ ਜੀ। ਜੇ ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਜੇ ਮਿੱਤਰ ਪਿਆਰੇ ਹੋਰ ਉੱਚੀ ਆਵਾਜ਼ ਪੜੋ ਥੋੜਾ ਜਿਹਾ। ਜੇ ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਜੇ ਮਿੱਤਰ ਪਿਆਰੇ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਨਾਂਗ ਨਿਵਾਸਾਂ ਦੇ ਰਹਿਣਾ। ਜੇ ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ। ਜੀ ਹਾਲ ਮੁਰੀਦਾਂ ਹਾਲ ਮੁਰੀਦਾਂ ਦਾ ਕਹਿਣਾ। ਜੇ ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਜੇ ਮਿੱਤਰ ਪਿਆਰੇ ਨੂੰ ਕਹਿਣਾ, ਉਹ ਹਾਲ ਮੁਰੀਦਾਂ ਕਲਮਾਂ ਛੋਟੀਆਂ ਪੈ ਗਈਆਂ। ਸਹਿਤੇ ਕਮਾਲ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਲਿਖ ਲਿਆ। ਹਕੀਮ ਅੱਲਾ ਯਾਰ ਖਾਂ ਜੋਗੀ ਨੂੰ ਮੈਂ ਇਹ ਸ਼ਹੀਦੀ ਦਾਸਤਾਨ ਦੀ ਵਿਚਾਰ ਦਾ ਧੁਰਾ ਬਣਾ ਕੇ ਤੁਰਨਾ ਹੈ। ਉਹ ਅਲਫਾਜ਼, ਉਹ ਅੱਖਰ ਬਾਕਮਾਲ ਨੇ। ਹਕੀਮ ਸਾਹਿਬ ਮਿਲ ਚਰਨ ਧੋ ਕੇ ਪੀਲਾ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰਿਆ, ਜਿਹੜੀ ਉਸਤਤ ਤੂੰ ਸਹਿਬੇ ਕਮਾਲ ਪਾਤਸ਼ਾਹ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੀਤੀ ਹੈ, ਇਹ ਕਿਸੇ ਹੋਰ ਦੇ ਹਿੱਸੇ ਵਿੱਚ ਨਹੀਂ ਆਈ। ਤੂੰ ਮੇਰੇ ਦਾਦੇ ਦਾ
बाकमाल जुस्सा, हिम्मत, बहादुरी, शूरवीरता, रहमता, कुर्बानी, की शब्द आखां जिहड़े तू अपनी रचना विच गुंद छड्डे। तेरी क्या बात है, तू बड़ी बड़ी उस्तत कीती है। वो लिखदा है, इंसाफ करे जी में जमाना तू जकी है। इंसाफ करे जी में जमाना तो जकी है। जमाना इंसाफ करे तो मैं मनना ए दुनिया ए खलक तू सच्ची है। जे तुसी आ दुनिया दे लोगो इंसाफ ना करो तो मैं कहना ए संसार ए दुनिया तू झूठी है। इंसाफ करे जी में जमाना तो जकी है। वो कहता कह दो गुरु गोविंद का कोई सानी ही नहीं है। गुरु गोविंद सिंह महाराज तेरा सानी कोई नहीं। अल्लाह यार खान जोगी कहता है, करतार की सुगंध नानक की कसम है। जितनी भी हो तारीफ गोविंद की वो कम है। हर चंद मेरे हाथ में पुरजोर कलम है। लिखू सतगुरु के वसब कहा ताबे रकम है। वो कहता हर चंद इधर से बेशक, हर चंद मेरे हाथ में पुरजोर कलम है। मेरे हाथ में कलम है, लखारी को कलम हो जो मर्जी लिख सकता। वो आना मेरे हाथ में कलम है पर मेरी कलम में इन्नी ताकत नहीं मैं श्री गुरु गोबिंद सिंह महाराज दसम पातशाह दी खूबियां लिख सका। हर चंद मेरे हाथ में पुरजोर कलम है। लिखू सतगुरु के वसब, वसब मीन खूबियां। गुरु गोबिंद सिंह महाराज ने खूबियां दसा। कहा ताबे रकम है, इहदा अर्थ है मेरी कलम विच इन्ना दम नहीं, इन्नी ताकत नहीं कि गुरु गोबिंद सिंह महाराज की वडियाई लिख सके। वो कहता मैं हाँ एक पानी की छाती ते बनया होया बुलबुला। ते कोई बुलबुले नूं आखे कमलिया समुंदर उत्ते पैदा होया, दस दे सागर समुंदर दी डुंगियाई की है। इहदियां ठल्लां बारे लहरां बारे कुछ ना कुछ दस दे। तां हकीम साहब लिखदे ने, एक आंख से बुलबुला क्या कुल बहर को देखे, साहिल को मझधार को या लहर को देखे। एक अख दे नाल बुलबुला की वेखेगा, ठल्ला पैंदियां समुंदर विच वो तकेगा या समुंदर की गहराई वेखेगा। ओदे कमले दे वस की बात नहीं कि पूर्ण समुंदर की वडियाई की है बयान कर सके। गुरु गोबिंद सिंह महाराज सच्चे पातशाह ने सागर कहते, उन्हां दी वडियाई अल्लाह यार खां जोगी एक बुलबुला की कर सकता है। एक आंख से बुलबुला क्या कुल बहर को देखे, साहिल को मझधार को या लहर को देखे। वडियाई ऐसियां गाथा की परंपरा कर रहा। सन 1675 बाजा वाले प्रीतम 9 साल की अवस्था, नाम सी गोबिंद राय। बाल क्रीड़ा करते हुए गुरु गोबिंद सिंह महाराज दसम पातशाह के चरणों में आए। वैगुरु 9वें पातशाह गुरु तेग बहादुर साहब महाराज की गोद में आ बैठे। ते की वेख्या है, पिता गुरु तेग बहादुर के सामने कुछ पंडित लोग बैठे ने, निके निके बाल न्याणे सी, बीबियां सन, रो रहे, करलाहट मचाई हुई। इतिहास कहता 500 कश्मीरी पंडित लैके कृपा राम पंडित मटन वासी महाराज दे हजूर हाजिर होया कि सतगुरु पातशाह औरंगजेब तिलक ते जंजू नूं
ਮੁਕਾਉਣ ਤੇ ਤੁਲਿਆ ਹੋਇਆ ਹੈ। ਕਿਰਪਾ ਕਰੋ ਢਾਰਸ ਦਿਓ, ਦਇਆ ਕਰੋ, ਸਾਡੇ ਰੁੜਦੇ ਹੋਏ ਧਰਮ ਨੂੰ ਬਚਾ ਲਓ। ਸਾਖੀ ਦੱਸਦੀ ਹੈ, ਇਤਿਹਾਸ ਦਾ ਪੰਨਾ ਹੈ, ਉਹ ਬਾਲ ਨਿਆਣੇ ਰੋ ਰਹੇ ਸਨ ਤੇ ਬੜੇ ਖਿੜੇ ਮੱਥੇ ਨਾਲ ਆਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਦੀ ਗੋਦ ਵਿੱਚ। ਆਖਿਆ, ਬਾਪੂ ਇਹ ਕੌਣ ਨੇ ਜਿਹੜੇ ਰੋ ਰਹੇ ਨੇ? ਇਹਨਾਂ ਨੂੰ ਕੀ ਤਕਲੀਫ ਹੈ? ਇਹਨਾਂ ਦਾ ਦੁੱਖ ਕੀ ਹੈ? ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੇਟਾ ਇਹਨਾਂ ਦੇ ਧਰਮ ਦਾ ਪਤਨ ਹੋ ਰਿਹਾ ਹੈ। ਔਰੰਗਜ਼ੇਬ ਇਹਨਾਂ ਦਾ ਧਰਮ ਖਤਮ ਕਰ ਰਿਹਾ ਹੈ। ਇਹਨਾਂ ਦਾ ਧਰਮ ਰਵੇ, ਇਸ ਵਾਸਤੇ ਗੁਹਾਰ ਲਾਉਣ ਆਏ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ, ਜੀ ਫਿਰ ਇਹਨਾਂ ਦੇ ਧਰਮ ਦਾ ਬੇੜਾ ਬਚਾਓ, ਜਿਸ ਵਾਸਤੇ ਇਹ ਧਰਮ ਦੀ ਰੱਖਿਆ ਕਰੋ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੀ ਸਰਕਾਰ ਕਹਿੰਦੇ, ਬੇਟਾ ਧਰਮ ਇਹਨਾਂ ਦਾ ਬਚੇਗਾ, ਕਿਸੇ ਸੂਰਬੀਰ ਯੋਧੇ ਤਪਸਵੀ ਦਾ ਸੀਸ ਲੱਗੇਗਾ, ਧਰਮ ਦਾ ਬੇੜਾ ਬਚ ਜਾਏਗਾ। ਤੇ ਇੱਕ ਵਾਰੀ ਨਹੀਂ ਵਿਚਾਰਿਆ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਬਾਪੂ ਤੇਰੇ ਤੋਂ ਵੱਡਾ ਰਾਜਯੋਗੀ ਤਪਸਵੀ ਕੌਣ? ਤੁਸੀਂ ਸੀਸ ਦਿਓ ਤੇ ਇਹਨਾਂ ਹਿੰਦੂਆਂ ਦੇ ਧਰਮ ਦਾ ਰੁੜਦਾ ਹੋਇਆ ਬੇੜਾ ਬਚ ਜਾਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮੁਖ ਤੇ ਹੱਥ ਫੇਰਿਆ। ਬਾਜਾਂ ਵਾਲੀ ਸਰਕਾਰ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੜਾ ਸਨੇਹ ਕੀਤਾ ਹੈ। ਆਖਿਆ, ਬੇਟਾ ਤੇਰੇ ਤੋਂ ਇਹ ਉਮੀਦ ਸੀ ਸਾਨੂੰ। ਤੇ ਨਾਲ ਹੀ ਕਿਹਾ, ਉਹਨਾਂ ਪੰਡਤਾਂ ਨੂੰ ਆਖਿਆ, ਜਾਓ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ, ਸਾਨੂੰ ਇੱਕ ਇੱਕ ਨੂੰ ਪਕੜ ਕੇ ਤਸੀਹੇ ਦੇ ਕੇ ਜਬਰੀ ਲਾਲਚ ਦੇ ਕੇ ਧਰਮ ਤਬਦੀਲ ਕਰਾਉਣ ਦੀ ਲੋੜ ਨਹੀਂ। ਇੱਕੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨੂੰ ਮੁਸਲਮਾਨ ਬਣਾ ਲਓ, ਉਹ ਸਤਿਗੁਰਾਂ ਨੂੰ ਮੁਸਲਮਾਨ ਕਰ ਲਓ, ਅਸੀਂ ਸਾਰੇ ਆਪੇ ਨੂੰ ਆਪ ਮੁਸਲਮਾਨ ਹੋ ਜਾਵਾਂਗੇ, ਅਸੀਂ ਸ਼ਰਾ ਕਬੂਲ ਕਰ ਲਾਂਗੇ। ਤੇ ਉਹਨਾਂ ਨੂੰ ਢਾਰਸ ਦਿੱਤੀ। ਰਾਮ ਨਾਰਾਇਣ ਦਰਦੀ ਸਾਹਿਬ ਹੋਰਾਂ ਨੇ 17 ਲਿਖੀਆਂ, ਧਿਆਨ ਦਿਆ ਜੀ। ਉੱਥੇ ਹਜੂਰ ਨੇ ਜਿਹੜੀ ਗੱਲ ਆਖੀ, ਸਤਿਗੁਰੂ ਕਿਹਾ, ਬੱਚਿਓ ਤੁਸੀਂ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁੱਧ ਰਹੇ ਦੀਵੇ ਅੰਦਰ, ਤੇਲ ਆਪਣੇ ਖੂਨ ਦਾ ਪਾਂਗਾ ਮੈਂ। ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ। ਹਿੰਦੂ ਮੰਦਰਾਂ ਦੇ ਵਿੱਚ ਅੱਜ ਵੀ ਖੂਨ ਤੇਗ ਬਹਾਦਰ ਦਾ ਵਗਦਾ। ਇਸ ਗੱਲ ਨੂੰ ਹਿੰਦੁਸਤਾਨ ਭੁੱਲ ਗਿਆ। ਜੇ ਇਹ ਖਿੰਦ ਭੁੱਲਿਆ ਨਾ ਹੁੰਦਾ ਤੇ ਮੈਂ ਥਾਂ ਥਾਂ ਤੇ ਬੇਨਤੀ ਕਰਦਾ ਆ ਇਹਨਾਂ ਸਮਾਗਮਾਂ ਵਿੱਚ, ਸਾਧ ਸੰਗਤ ਜੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਸ੍ਰੀ ਹਰਿਮੰਦਰ ਸਾਹਿਬ ਸਿੱਖ ਦਾ ਹਿਰਦਾ ਹੈ, ਤੇ ਸਿੱਖ ਦਾ ਹਿਰਦਾ ਨਾ ਵਲੂੰਦਰਿਆ ਜਾਂਦਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੰਦਰਾਂ ਦੀ ਬਿਪਤੀ ਨਾ ਹੁੰਦੀ। ਜੇ ਹਿੰਦ ਇਸ ਗੱਲ ਨੂੰ ਭੁੱਲਿਆ ਨਾ ਹੁੰਦਾ ਤਾਂ ਜਿਨ੍ਹਾਂ ਵਾਸਤੇ ਸੀਸ ਦਿੱਤਾ ਉਹ ਹਿੰਦੁਸਤਾਨ ਹੀ ਮੇਰੇ ਬਾਪੂ ਦੇ ਘਰ ਦੀ ਪੱਗ ਨੂੰ ਹੱਥ ਪਾਉਂਦੇ, ਬਿਪਤੀ ਕਰਦੇ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਪਰ ਇੱਥੇ ਤਾਂ ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਇਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਿਮਾ ਕੋਈ ਵਡਿਆਈ ਘਟ ਜਾਣੀ ਗੁਰੂ ਸਵਾਰੇ। ਗੁਰੂ ਰਾਮਦਾਸ ਮਹਾਰਾਜ ਦੇ ਮੰਦਰਾਂ ਦੀ ਸ਼ੋਭਾ ਤੇ ਹੋਰ ਵੱਧ ਜਾਣੀ। ਰਾਮ ਨਾਰਾਇਣ ਦਰਦੀ ਸਾਹਿਬ ਲਿਖਦੇ ਨੇ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ। ਹਿੰਦੂ ਮੰਦਰਾਂ ਦੇ ਵਿੱਚ ਅੱਜ ਵੀ ਖੂਨ ਤੇਗ ਬਹਾਦਰ ਦਾ ਬਲਦਾ। ਹਿੰਦੂ ਮੰਦਰਾਂ ਵਿੱਚ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਖੂਨ ਬਲ ਰਿਹਾ ਹੈ। ਇਸ ਗੱਲ ਨੂੰ ਹਿੰਦੁਸਤਾਨ ਭੁੱਲ ਚੁੱਕਾ ਹੈ। ਛਵਿਆਲਿਆਂ ਵਿੱਚ ਵੱਜਦੇ ਹੋਏ ਟੱਲ, ਇਹ ਘੰਟੀਆਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਦਕਾ ਹੈ। ਕਵੀ ਰਾਜ ਕਵੀ ਸੰਤੋਖ ਸਿੰਘ ਹੋਰਾਂ ਲਿਖਿਆ ਹੈ,
ਸਾਰੇ ਪਾਸੇ ਇੱਕੋ ਹੀ ਇਸਲਾਮ ਧਰਮ ਹੋ ਜਾਣਾ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਨੂੰ ਕੁਰਬਾਨੀ ਵਾਸਤੇ ਨਾ ਤੋਰਦੇ। ਐਵੇਂ ਨਹੀਂ ਕਵੀਆਂ ਦੀ ਕਲਮਾਂ ਦੇ ਵਿੱਚੋਂ ਇਹ ਉਸਤਤ ਤੇ ਬੋਲ ਨਿਕਲੇ, ਦੁਖੀਆਂ ਲਈ ਪਿਤਾ ਤੋਰਦਾ ਦਿੱਲੀ ਕੁਰਬਾਨੀ ਨੂੰ, ਕਵੀਆਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ, ਹਾਜੀ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ। ਐਵੇਂ ਨਹੀਂ ਕਹਿ ਦਿੱਤਾ। ਭਾਈ ਸੰਤੋਖ ਸਿੰਘ ਲਿਖਦੇ ਨੇ, ਸ਼ਾਇ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਤੀ ਕੁਚੀਲਤਾ ਕੁਤੇਬਨ ਕੁਰਾਨ ਕੀ, ਧਰਮ ਤੇ ਸਕ ਜਾਤੇ ਪਾਪ ਤੇ ਸਕ ਜਾਤੇ ਧਰਮ ਗਰਕ ਜਾਤੇ ਸਹਿਜ प्रधान की, देवी देव जोरे संतोख सिंगा दूर होते रीत मिट जाती तथा वेतन पुराण की, श्री गुरु गोबिंद सिंह पावन परम स्वरूप मूर्त ना जाओ होती कृपा निधान की। तुझ टकाव बख्शो, छोटी मोटी हिलचुल कीती जांदे हो, नहीं साध संगत जी थोड़ा जिहा समय कुछ ग्रहण करके जाना, ये बड़े कीमती पन्ने हैं। वो कहते देवी देव जो गए संतोख सिंगा दूर होते रीत मिट जाती तथा वेतन पुराण की, श्री गुरु गोबिंद सिंह पावन परम स्वरूप मूर्त ना जाओ होती कृपा निधान की, मूर्त ना जाओ होती कृपा निधान की। जे गुरु गोबिंद सिंह महाराज दसम पातशाह वो कृपा वो करुणा दा घर वो मेरा दाता ना हुंदा, वेदां ते पुराणां दी सवियालियां दी रीत ही मिट जानी सी। ਅੱਜ ਇਹ ਹਿਸਟਰੀ ਵਿੱਚੋਂ ਪੜ੍ਹਨਾ ਸੀ ਵੀ ਕਦੇ ਮੰਦਰ ਹੁੰਦੇ ਸੀ ਹਿੰਦੁਸਤਾਨ ਦੀ ਧਰਤੀ ਤੇ, ਸਾਰੇ ਪਾਸੇ ਮੁਹੰਮਦ ਮੁਲਕ ਹੋ ਜਾਣਾ ਸੀ, ਮੁਹੰਮਦੀ ਰਾਜ ਹੋ ਜਾਣਾ ਸੀ, ਮਸੀਤਾਂ ਚਿਣ ਦਿੱਤੀਆਂ ਜਾਣੀਆਂ ਸੀ। ਤਾਂ ਤੇ ਬੁੱਲੇ ਸ਼ਾਹ ਵਰਗੇ ਫਕੀਰ ਨੇ ਆਖਿਆ, बात ना कहूं अब की बात ना कहूं कब की, अगर ना होते गुरु गोबिंद सिंह तो सुन्नत होती सब की। गुरु गोबिंद सिंह महाराज ना होंदे ते सारियां दी सुन्नत होनी सी, इत्थे कोई नहीं सी रहना, सारे पासे मुसलमान धर्म कर देना सी औरंगजेब ने। पिता जी ने तोरिया, गुरु गोबिंद सिंह महाराज दसम पातशाह ने आख्या बापू जाओ कुर्बानी दिओ। कुर्बानी देने वास्ते गुरु तेग बहादुर साहब महाराज गए, दिल्ली उन्हें सीस दिता। उथे जलाद आया जलालुद्दीन ते उन्हें तेग खिंची, उन्हें कृपान खिंची ते वो चंडी नूं हिलाया, 3 सिखां दीयां शहादतां हो गईयां। गुरु तेग बहादुर साहब महाराज दे सामने जलाद तेग लैके आया, चांदनी चौक उथों दी विथ्या जे ते हजूर पुछदे ने, ऐ जलाद तू मैनू डराउणा है? आ तलवार नूं लिशका के सानू डराउणा चाहुंदा है? ओ नहीं सजना, ये तेग असी वाही भी चंगी है ते तेग सहनी भी चंगी है। उत्थे कुछ गल्लां शहादत दा जाम पींदिया गुरु तेग बहादुर साहब महाराज ने जिथों इन्हां साकियां दा मुੱਢ ਵੱਜਿਆ, मैं वो अर्ज कर रहा, एडियां वड्डियां कुर्बानियां किवें होईयां? तत्ती तवी ते बैठे गुरु अर्जन देव महाराज चांदनी चौक सीस दिता गुरु तेग बहादुर साहब महाराज ने, कौम विच वखरी रूह फूक दित्ती।
ਉੱਥੇ ਲਿਖਿਆ ਹੈ ਕੁਝ ਗੱਲਾਂ ਜਲਾਦ ਦੇ ਨਾਲ ਮੁਖਾਤਬ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤੀਆਂ ਤੇ ਕੁਝ ਬਚਨ ਔਰੰਗਜ਼ੇਬ ਬਾਦਸ਼ਾਹ ਨੂੰ ਕਹੇ ਨੇ। ਹਜ਼ੂਰ ਕਹਿੰਦੇ ਨੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਜਲਾਦ ਨੂੰ ਕਹਿੰਦੇ ਮੈਂ ਤੇਗ ਬਹਾਦਰ ਹਾਂ ਤੇ ਤੂੰ ਤੇਗ ਖਿੱਚ ਲਾ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਇੱਕ ਦੋ ਨਹੀਂ ਪਰਖ ਲਈ 100 ਤੇਗਾਂ। ਉਹ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਬਾਪੂ ਨੇ ਪਹਿਨੀਆਂ ਸੀ 2 ਤੇਗਾਂ। 2 ਤੇਗਾਂ ਪਹਿਨੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿਤਾ ਨੇ। 9ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਛੋਟੇ ਪੁੱਤਰ ਨੇ। ਸੰਤਾਨ ਵਿੱਚ 6 ਬੱਚੇ ਸਨ ਮਹਾਰਾਜ ਜੀ ਦੇ, 5 ਪੁੱਤਰ ਤੇ ਇੱਕ ਬੀਬੀ ਵੀਰੋ ਬੱਚੀ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੀ ਸਰਕਾਰ। 5 ਸੁਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਇਤਿਹਾਸ ਪੜ੍ਹੋ। ਸਾਹਿਬ ਕਹਿੰਦੇ ਨੇ ਮੇਰੇ ਬਾਪੂ ਨੇ ਪਹਿਨੀਆਂ ਸੀ 2 ਤੇਗਾਂ। ਆਖਿਆ ਕਿ ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਲੈ ਕੇ ਪਰਖਦਾ ਰਿਹਾ ਸੀ ਤੇਰਾ ਪਿਓ ਤੇਗਾਂ। ਔਰੰਗਜ਼ੇਬ ਤੇਰਾ ਪਿਓ ਤੇਗਾਂ ਖਿੱਚ ਕੇ ਆਉਂਦਾ ਰਿਹਾ ਤੇ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਹਾਦਰੀ ਨੂੰ ਪਰਖਦਾ ਰਿਹਾ। ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਲੈ ਕੇ ਪਰਖਦਾ ਰਿਹਾ ਸੀ ਤੇਰਾ ਪਿਓ ਤੇਗਾਂ। ਤੇ ਹਜ਼ੂਰ ਨੇ ਆਖਿਆ 9ਵੇਂ ਪਾਤਸ਼ਾਹ ਬਚਨ ਕਹਿੰਦੇ ਆ ਹੁਣ ਵੇਖੀ ਆਉਂਦੇ ਭਵਿੱਖ ਸਮੇਂ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਹੂਗੀ ਤੇਰੀਆਂ ਖੂਹ ਤੇਗਾਂ। ਉਹਨਾਂ ਦੀ ਤੇਗ ਵਿੱਚੋਂ 2 ਧਾਰਾ ਖੰਡਾ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੇਰਿਆ। ਖਾਲਸਾ ਪ੍ਰਗਟ ਹੋਇਆ। ਖਾਲਸੇ ਨੇ ਲੱਖਾਂ ਤੇਗਾਂ ਔਰੰਗਜ਼ੇਬ ਦੀਆਂ ਚਮਕੌਰ ਦੀ ਗੜੀ ਵਿੱਚ ਖੁੱਲੀਆਂ ਕਰ ਦਿੱਤੀਆਂ। ਧਿਆਨ ਦਿਓ, ਪਿਤਾ ਦੀ ਸ਼ਹਾਦਤ ਹੋ ਗਈ। ਆਨੰਦਪੁਰ ਸਾਹਿਬ ਤਖਤ ਤੇ ਬਿਰਾਜਮਾਨ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬੇ ਕਮਾਲ ਪਾਤਸ਼ਾਹ। ਇੱਥੇ ਪ੍ਰਸ਼ਾਦੀ ਹਾਥੀ ਆਏ ਨੇ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ। ਇੱਥੇ ਯੋਧਿਆਂ ਦੀ ਫੌਜ ਬਣੀ, ਖੰਡੇ ਬਾਟੇ ਦੀ ਪੌਲ ਦੇ ਕੇ ਖਾਲਸਾ ਸਜਾਇਆ। ਉਹ ਲੋਕ ਖੜੇ ਕਰ ਦਿੱਤੇ ਜਿਹੜੇ ਕਹਿੰਦੇ ਸੀ ਕਾਮ ਹਮਾਰਾ ਕੋਲਨ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੇ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਚਿੜੀਆਂ ਵਰਗੇ ਲੋਕਾਂ ਵਿੱਚ ਰੂਹ ਫੂਕ ਦਿੱਤੀ। ਬਾਜਾਂ ਵਾਲੇ ਪ੍ਰੀਤਮ ਸਤਿਗੁਰੂ ਨੇ ਫੌਲਾਦ ਖੜੇ ਕਰ ਦਿੱਤੇ। ਖੰਡੇ ਬਾਟੇ ਦੀ ਪੌਲ ਦੇ ਕੇ ਜਾਤਾਂ ਵਰਨਾਂ ਦੇ ਭੇਦ ਮਿਟਾ ਦਿੱਤੇ। कवि लिखता है क्या दशमेश पिता तेरी बात कहूं, तूने जो परोपकार किए, एक खालसा पंथ सजा, जातों के भेद निकाल दिए। दुनिया के लोगों ऐसा है उस पंथ वतन की खिदमत में कहीं बाप दिया कहीं लाल दिए। उन्हें किते पुत्र दिते ने, किते मां तोरी है ते किते अपने पिता की शहादत दी। साध संगत जी सारे पासे आनंद सी, मंगलम सन। गुरु गोबिंद सिंह महाराज के चरणों में बड़ी मौज है। सतगुरु पातशाह की शानो शौकत दिल्ली तखत के राजे औरंगजेब नूं नहीं पाई। भीमचंद कहलूरी राजा गुरु गोबिंद सिंह महाराज की महिमा वेख के जर नहीं पा रहा ते उन्हें हजूर सच्चे पातशाह जी के उपर फौज चढ़ाई। भीमचंद कहलूरी राजा ये सारे राजे इकट्ठे होके आए। औरंगजेब दी फौजां आईयां ते सन 1704 मई की विथ्या गुरु गोबिंद सिंह महाराज जी के आनंदपुर साहब नूं घेरा पाया। इतिहास कहता है
कि साध संगत जी ये घेरा दसंबर तक रहा। इस घेरे विच ना तो कोई बाहर जा सकता है ते ना बाहरों कोई अंदर आ सकता। खाण पीण दियां रस्तां बस्तां इन्हां 7-8 महीनों में अंदरों मुक गईयां। गुरु के सिंह कई भुख ते नूं ना जरदे होए शहादत दा जाम पी गए। बड़े शैल छबीले घोड़े, उन्हां नूं कोई छकण छकाण नूं नहीं, घोड़ियां ने दम तोड़िया। ते इस घेरे दौरान गुरु खालसा जी आनंदपुर साहिब के अंदर रहने वाले सिखां ने अंदर दरख्तां दे पत्ते धू के खा के गुजारा किया। दरख्तां दे सक ला के खा के गुजारा किया। घोड़े वट के खाधे ते आखिरकार मुगलिया हुकूमत ने ते पहाड़ी राजा ने कसम खाधी। पहाड़ियां ने गऊ हिंदू सन, उन्हें गऊ आटे की बना के पेश की। औरंगजेब बादशाह ने कुरान उत्ते अपने साइन करके एक पत्र लिख भेजा, सानू कसम है कुरान दी ते गऊ दी, गुरु गोबिंद सिंह महाराज तुसी आनंदपुर साहिब छड्ड जाओ, असी तुहानू कुछ नहीं कवांगे। साखी दसदी है सिंघा ने आख्या, खालसे ने क्या, गुरु के प्यारे आख्या महाराज कसमा खा रहे हैं, आप आनंदपुर साहिब छड्ड जाइए। उन्हें यह भी लिखिया सी कि तुसी एक बारी आनंदपुर साहिब छड्ड जाओ ते साहिब इकबाल पातशाह थोड़े जे समय बाद कुछ 6 महीने साल गुजरनगे फिर आ जाओ। इसे तरह ही आनंदा दी पूरी आबाद करो। इतिहास कहता है सतगुरु पातशाह ने खालसे नूं आख्या, गुरु के सिखो इन्हां दीयां कसमां ते यकीन ना करो, तुसी आनंदपुर साहिब तो कदम बाहर रखो, इन्हां तेगां धूके तुहाडे गल पै जाए। सिंह आख्या नहीं जी कह रहे ने आपां छड्ड जाइए। ते 6 ते 7 पोह दी विचाली रात नूं गुरु साहिब ने आनंदपुर साहिब छड्डिया। साध संगत तवज्जो दिओ, 6 पोह सन 1704 नूं गुरु गोबिंद सिंह महाराज जी ने आनंदपुर साहिब छड्डिया। सैकड़ियां दा गुरु साहिब दा वहीर बाजां वाले प्रीतम अपने 4 साहिबजादियां नूं नाल लैके, 5 प्यारियां नूं नाल लैके, ਸਿੰਘਾਂ नूं नाल लैके आनंदां दी पुरी तो निकले। शाम सी 6 पोह दी, तिखी बारिश हो रही सी। साखी कहती मोड़े धारमी वरसदा है, सर्दी है, ठक्का चलदा है, तिखी हवा हड्डां नूं चीरदी है। ते ओ गुरु के सिंह, गुरु का खालसा, गुरु का परिवार कई दिनां दे भुखे लताड़े, उन्हां दे तन उपर कोई मोटा बस्तर नहीं सी। गुरु गोबिंद सिंह महाराज दसम पिता दे प्यार च तुरे जा रहे। साखी दसदी है चलदिया चलदिया अजे कीरतपुर साहिब आया। उत्थे बाबा सूरजमल 6वें पातशाह की संतान उहदे अगां पैरोकार मिले, हजूर ने बख्शा दे के नवाजिया। जिवें कीरतपुर साहिब तो वहीर अगे लंघिया, तुर्क ते पहाड़ी फौज ने गुरु गोबिंद सिंह महाराज जी दे समूह दे उपर इस खालसे ते हल्ला बोल दिता। खंडे ना खंडा खड़कन लगा, घमासान युद्ध होने लगा। सारी रात लड़दियां लंघ गई, सरसा दा कंढा आ गया। हजूर पुछदे ने प्यारे भाई दयाल सिंह जी की समा है? बाजा वाले प्रीतम तारे दा निम्मा जा तारा टिमटिमाउंदा है।
ਸੇਧ ਲਾ ਕੇ ਆਖਿਆ, ਮਹਾਰਾਜ ਅੰਮ੍ਰਿਤ ਵੇਲਾ ਹੋਣ ਵਾਲਾ ਹੈ, ਰਾਤ ਗਹਿਰੀ ਹੋ ਜਾਏ ਤੇ ਅੰਮ੍ਰਿਤ ਵੇਲਾ ਹੋਣ ਵਾਲਾ ਹੋ ਜਾਂਦਾ ਹੈ। ਭਾਈ ਦਇਆ ਸਿੰਘਾ ਅੰਮ੍ਰਿਤ ਵੇਲੇ ਦਾ ਆਪਣਾ ਕੀ ਨੇਮ ਸੀ? ਆਖਿਆ, ਬਾਜਾਂ ਵਾਲੇ ਪ੍ਰੀਤਮ, ਗੁਰੂ ਦਰਬਾਰ ਦੀ ਇਹ ਵਡਿਆਈ ਹੈ, ਇਹ ਮਰਿਆਦਾ ਹੈ। ਅੰਮ੍ਰਿਤ ਵੇਲੇ ਦੀਵਾਨ ਸਜਦੇ। ਆਪਾਂ ਆਨੰਦਪੁਰ ਸਾਹਿਬ ਆਸਾ ਦੀ ਵਾਰ ਗਾਉਂਦੇ ਸਾਂ। ਹਜ਼ੂਰ ਨੇ ਆਖਿਆ, ਸਰਸਾ ਦਾ ਕੰਢਾ ਆ ਗਿਆ, ਸਾਹਿਬ ਕਹਿੰਦੇ ਦੀਵਾਨ ਸਜਾਓ। ਸਤਿਗੁਰੂ ਪਿੱਛੇ ਦੁਸ਼ਮਣ ਚੜ ਕੇ ਆ ਰਿਹਾ ਹੈ, ਆਪ ਕਹਿੰਦੇ ਦੀਵਾਨ ਸਜਾਈਏ, ਆਸਾ ਦੀ ਵਾਰ ਗਾਈਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਭਾਈ ਦਇਆ ਸਿੰਘਾ ਆਸਾ ਦੀ ਵਾਰ ਸਿੱਖ ਦੇ ਜੀਵਨ ਦੀ ਰਾਸ ਪੂੰਜੀ ਏ। ਜਿੱਦਣ ਆਸਾ ਦੀ ਵਾਰ ਸਿੱਖ ਦੇ ਜੀਵਨ ਵਿੱਚੋਂ ਚਲੀ ਗਈ, ਇਹਨੂੰ ਦੁਸ਼ਮਣ ਜਿੱਥੇ ਮਰਜ਼ੀ ਘੇਰ ਕੇ ਮਾਰ ਦੇ। ਆਸਾ ਦੀ ਵਾਰ ਤੇ ਆਤਮਿਕ ਜੀਵਨ ਹੈ। ਖਿਮਾ ਕਰਿਓ, ਬਾਜਾਂ ਵਾਲੇ ਪ੍ਰੀਤਮ ਨੇ ਆਸਾ ਦੀ ਵਾਰ, ਮੋਹਲੇਦਾਰ ਬਾਰਿਸ਼ ਹੁੰਦੀ, ਤਿੱਖੀ ਹਵਾ ਚੱਲਦੀ, ਪੋਹ ਦੀਆਂ ਕਕਰੀਲੀਆਂ ਰਾਤਾਂ, ਇਹ ਝੇਲ ਕੇ ਤੇ ਅੰਮ੍ਰਿਤ ਵੇਲਾ ਸੰਭਾਲਿਆ ਹੈ। ਆਪਾਂ ਨੂੰ ਤੇ ਪਤਾ ਹੀ ਨਹੀਂ ਆਸਾ ਦੀ ਵਾਰ ਹੁੰਦੀ ਕਿੱਥੇ। ਮੇਰੇ ਬੜੇ ਅਜੀਜ਼ ਭਾਈ ਸੁਖਜਿੰਦਰ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਹੁੰਚ ਗਏ। ਗੁਰੂ ਘਰ ਦੇ ਮਹਾਨ ਕੀਰਤਨੀਏ, ਬੜਾ ਕੰਠ ਦਿੱਤਾ ਬਾਜਾਂ ਵਾਲੇ ਪ੍ਰੀਤਮ ਨੇ ਇਹਨਾਂ ਨੂੰ। ਇਹ ਗਾਉਂਦੇ ਐ ਆਸਾ ਦੀ ਵਾਰ, ਕੱਲੇ ਗਾਉਂਦੇ ਐ। ਗੁਰੂ ਘਰ ਕੀਰਤਨ ਤਾਂ ਹੁੰਦਾ ਆਸਾ ਦੀ ਵਾਰ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਤ ਨਹੀਂ। ਆਪਾਂ ਆਸਾ ਦੀ ਵਾਰ ਕੰਨ ਧਰਦੇ ਹੀ ਨਹੀਂ। ਤੁਹਾਡੇ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਦੇ ਕੰਢੇ ਤੇ ਦੁਸ਼ਮਣ ਪਿੱਛੇ ਲੋਹੇ ਨਾਲ ਲੋਹਾ ਵਜਾ ਰਿਹਾ ਤੇ ਆਸਾ ਦੀ ਵਾਰ ਨਹੀਂ ਖੁੱਲਣ ਦਿੱਤੀ। ਮੇਰਾ ਸਮਾਂ ਹੋ ਗਿਆ। ਵੈਸੇ ਮੈਂ ਅੱਲਾ ਯਾਰ ਖਾਂ ਜੋਗੀ ਦੀ ਕਿਤਾਬ ਹੀ ਹੁਣ ਖੋਲਣ ਲੱਗਾ ਸੀ। ਪਹਿਲਾਂ ਸਾਧ ਸੰਗਤ ਤੁਸੀਂ ਵੀ ਥੋੜਾ ਟਿਕਾ ਨਹੀਂ ਬਖਸ਼ਿਆ। ਉੱਥੇ ਖੈਰ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ, ਥਾ ਸਰ ਕੇ ਵਕਤ ਆ ਗਿਆ आशा की वार का, उस दम जपजी का जाप करना जरूर था, पढ़ के गुरु ग्रंथ की बाणी भरना जरूर था। ਇਹ ਅੰਤਲਾ ਦੀਵਾਨ ਸੀ ਅੰਮ੍ਰਿਤ ਵੇਲੇ ਦਾ, ਜਿਸ ਦਿਨ ਬਾਜਾਂ ਵਾਲੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸਾਹਮਣੇ 4 ਸਾਹਿਬਜ਼ਾਦੇ ਸਜੇ ਨੇ, 5 ਪਿਆਰੇ ਹਜ਼ੂਰ ਦੇ ਸਮਕਸ਼ ਬੈਠੇ ਨੇ। ਗੁਰੂ ਕੇ ਮਹਿਲ ਭਾਈ ਮਨੀ ਸਿੰਘ ਉਹਨਾਂ ਦੇ ਨਾਲ ਨੇ, ਮਾਤਾ ਗੁਜਰ ਕੌਰ ਦੋਵਾਂ ਲਾਲਾਂ ਨੂੰ ਨਾਲ ਲੈ ਕੇ ਬੈਠੀ ਹੋਈ ਹੈ, ਤੇ ਗੁਰੂ ਦਾ ਖਾਲਸਾ ਸੈਂਕੜਿਆਂ ਦੇ ਰੂਪ ਵਿੱਚ ਹੈ। ਤੇ ਮੈਂ ਤਵਾਰੀਖ ਦੇ ਪੰਨੇ ਪੜ੍ਹੇ, ਵਿਦਵਾਨ ਕਹਿੰਦਾ ਹੈ ਅੱਜ ਦੀ ਆਸਾ ਦੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਆਪ ਕੀਰਤਨ ਕੀਤਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ 5 ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਸਮਾਪਤੀ ਹੋਈ। ਹਜ਼ੂਰ ਨੇ ਕਿਹਾ, ਖਾਲਸਾ ਜੀ ਸਰਸਾ ਪਾਰ ਕਰੋ, ਮੈਂ ਚਮਕੌਰ ਦੀ ਗੜੀ ਤੇ ਸਮਾਪਤੀ ਕਰ ਦੇਣੀ। ਅੱਲਾ ਯਾਰ ਖਾਨ ਜੋਗੀ ਕਹਿੰਦਾ ਹੈ, ਗੁਰੂ का ਖਾਲਸਾ ਪਾਰ ਲੰਘਣ ਲੱਗਾ। ਬੜੇ ਲੰਮੇ ਸਮੇਂ ਤੋਂ ਭੁੱਖੇ ਲਤਾੜੇ ਘੋੜੇ ਤੇ ਸਿੰਘ ਕਮਜ਼ੋਰ ਸਨ। ਸਰਸਾ ਵਿੱਚ ਹੜ ਆਇਆ ਹੋਇਆ ਹੈ। ਉਸ ਸਰਸਾ ਦੇ ਵਿੱਚ ਗੁਰੂ ਕੇ ਸਿੱਖ ਘੋੜਿਆਂ ਸਮੇਤ ਅਸਵਾਰ ਰੁੜ ਗਏ। ਬੇਸ਼ੁਮਾਰ ਕੀਮਤੀ ਖਜ਼ਾਨਾ ਬਾਜਾਂ ਵਾਲੇ ਪ੍ਰੀਤਮ ਦਾ ਸਰਸਾ ਦੀ ਭੇਟ ਹੋ ਗਿਆ। ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਲਿਖਿਆ ਹੈ, 9 ਮਣ ਇੱਕ ਗ੍ਰੰਥ ਦਾ ਵਜਨ ਸੀ। ਭਵ ਸਾਗਰ ਨਾਮੀ ਗ੍ਰੰਥ ਇਸ ਸਰਸਾ ਦੇ ਵਹਾਅ ਵਿੱਚ ਰੁੜ ਗਿਆ, ਜਿਹਦੇ ਵਿੱਚ ਬੇਸ਼ੁਮਾਰ ਕੀਮਤੀ ਰਚਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਨ। ਸੈਂਕੜੇ ਤੁਰੇ ਸਨ। ਪਰਿਵਾਰ ਹਜ਼ੂਰ ਦਾ ਇੱਥੇ ਖੇਰੂ ਖੇਰੂ ਹੋ ਗਿਆ। ਮਾਤਾ ਜੀ ਭਾਈ ਮਨੀ ਸਿੰਘ ਜੀ ਹੋਰਾਂ ਦੇ ਨਾਲ ਗੁਰੂ ਕੇ ਮਹਿਲ ਦਿੱਲੀ ਵੱਲ ਚਲੇ ਗਏ। ਮਾਂ ਗੁਜਰ ਕੌਰ ਛੋਟੇ ਲਾਲਾਂ ਨੂੰ ਹਿਕੜੀ ਨਾਲ ਲਾ ਕੇ ਇੱਕ ਪਾਸੇ ਚਲੀ ਗਈ। ਬਾਜਾਂ ਵਾਲਾ ਪ੍ਰੀਤਮ, 5 ਪਿਆਰੇ, ਵੱਡੇ 2 ਸਾਹਿਬਜ਼ਾਦੇ ਆਪਣੀ ਹਿਕੜੀ ਨਾਲ ਲਾ ਕੇ ਸਰਸਾ ਤੋਂ ਪਾਰ ਲੰਘ ਗਏ।
मैं बड़ा ज्यादा संकोच नाल कह रहा, वो नगमे आप जी दे हजूर रख रहा, पर चंद को सतरा बहुता ज्यादा विस्तार नहीं, समा हो गया। मेरा चित नहीं करदा समाप्ति कर दिया, सवेर दी चल सो चल है, पर यह सरूर ऐसा है इत्थे थकावट दुख कलेश रहिंदा ही नहीं, इत्थे आके गुआ बाजा वाले प्रीतम गुरु गोबिंद सिंह महाराज तुसीं ऐसी कर विखाई। मैं शायद अर्ज कर दी है, एक विद्वान कहता है तेरे नाल मैं दिया तशबीह किनू, हर एक गल भी जापदी ओपरीए, ढाके तेग नहीं, इत्थे ढाक ते तुसीं तेग नहीं बन्नी, पिता दी पसलीए हथ विच ढाल नहीं, पुत्र दी खोपड़ी। तुसीं अजीत सिंह दा खोपड़ लैके तुरे हो, एडा महंगा इतिहास, एडी महंगी गाथा, ते सिखा तेरे अंदर प्यार ही नहीं, छार छार हो जा। रो के गुरु गोबिंद सिंह महाराज दे मन करके जुड़ के किते चरण धो, तेरी कल्याणता करन सतगुरु। खैर उत्थे जो पार लंघे, हकीम अल्लाह यार खां जोगी कहंदा है खालसा पार लंघिया है, तो जेडे सरसा च रुड़ रहे सन उन्हां वल पिछे मुड़ मुड़ के वेख ले। वो कहंदा जब दूर से दरिया के किनारे नजर आए, डूबे हुए सरसा में प्यारे नजर आए, बिफरे हुए सतगुरु के दुलारे नजर आए, ये देखकर बिगड़े हुए सारे नजर आए, कहते थे इजाजत ही नहीं है हमें रन की, मट्टी तक उड़ा सकते हैं दुश्मन के चमन की। कुछ कहते ने सत पो दी शाम बाजा वाले प्रीतम चमकौर दी गड़ी पहुंचे, कुछ कहते ने पट्ठा साहब एक रात महाराज रुके, 8 पो शाम को पहुंचे ने। खैर गड़ी के सामने चले गए, पिछों टिड्डी दल चढ़ के आ रहा है। इस वेले दो प्यारे दो बड़े पुत्र गुरु के साहबजादे नाल ने, 5 प्यारे नाल ने, ते सैकड़ियां विचों मुट्ठी भर सिख इस वेले 40 को सिंह नाल, बाकी सरसा विच रुड़ गए, खिंड पुंड गए। बड़ा बड़ा समूह तुरिया सी, गुरु गोबिंद सिंह महाराज दा लश्कर खेरू खेरू हो गया, पर आप जी दा चेहरा उस तरह दगमगाउंदा है, वो रूहानियत वो रौनक नहीं घटी। अल्लाह यार खां जोगी कहंदा है चमकौर दी गड़ी दे सामने गए, बाजा वाले ने अपना खंजर कढ़िया, ओदी मिट्टी नूं तोड़िया, कच्ची है, तली ते रखिया, हस्ते मुबारक ते रख के ऐ मल के ते हवा च उड़ा दिता ते मुस्कुरा पाए। भाई दया सिंह पूछते सतगुरु की माजरा है? हजूर कहते हैं जिस खित्ते में हम कहते थे आना जे वकीफ है, कल जिस जगह से लुट कर जाना जे वकीफ है, जिस जा पे है बच्चों को खटाना जे वकीफ है, भाई दया सिंगा मट्टी कह देती ठिकाना जे वकीफ है। बाजा वाले प्रीतम जिथे तुसी पहुंचना सी ना आ गए, गड़ी विच प्रवेश कीते। गुरु खालसा जी दीवान सजाओ, रात्रि दे दीवान सजे ने, सोदा रहरा साहब दा जाप होया। बाजा वाले प्रीतम नूं चारे पासों घेर के 5 प्यारे 2 साहबजादे गुरु के सिख हजूर सच्चे पातशाह दे कोलों जाप श्रवण करदे, कीर्तन होए, समाप्ति होई। आख्या खालसा जी भोजन पानी छको, छकना की है, कोल ते कुछ है नहीं, जो है सी बच्चा वो छकिया है। हुण हजूर कहंदे ने खालसा जी आराम करो, ते इतिहास कहंदा सारी रात दुश्मन दा टिड्डी दल चमकौर दी गड़ी दा घेरा कटदा रहा, फौजा चढ़ चढ़ के आउंदियां, 10 लाख सवेर तक फौज दा घेरा हो गया। बारिश हो रही है, थोड़ी जी थमी पई है, पर निक्की निक्की कड़ी अजे भी वरदी है। खालसे ने अपने तन दे बस्तर ला के बाजा वाले प्रीतम दी सेज बनाई है। हजूर ने आख्या खालसा जी आराम करो। सिंघा ने अपने घोड़ियां दी काठियां दे थल्लों विछाउणे कढे, वो मिट्टी है कच्ची गड़ी है, उत्थे विछा दिते, आराम कर दे। अल्लाह यार खान जोगी कहंदा है कुछ लेट गए खाक पे जी पोश विछा कर,
ਜੀ ਪੋਸ਼ਮੀਨ ਘੋੜਿਆਂ ਦੇ ਥੱਲੇ ਜਿਹੜੇ ਵਿਛਾਉਣੇ ਪਾਏ ਹੁੰਦੇ ਨੇ, ਦੋਹਰਾਂ ਦਰੀਆਂ ਜਿਹੜੀਆਂ, ਖੇਸ ਉਹ ਕੱਢੇ ਵਿਛਾਲੇ ਤੇ ਆਪਣੇ ਆਸਣ ਕਰਦੇ। कुछ लेट गए खाक पे जी पोश मुशाकर, पहरा देने लगे कई तलवार उठाकर। गोविंद भी शबबाश हुए खैमे में जाकर, देखा तो वहां बैठे हैं गर्दन को झुकाकर। वाहिगुरु 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 है मुंह से निकलता है, तू ही तू ही तू है मुंह से निकलता। सतगुरु वाहिगुरु की याद में जुड़े, ਜਿਹੜਾ ਸਿੱਖਾਂ ਨੂੰ ਪਿਆਰ ਕੀਤਾ ਨਾ ਚਮਕੌਰ ਦੀ ਗੜੀ ਵਿੱਚ। ਮੈਂ ਇਹ ਸੀਨ ਆਪ ਜੀ ਦੇ ਸਮਕਸ਼ ਰੱਖ ਕੇ ਸਮਾਪਤੀ ਕਰੂੰਗਾ। ਤੁਹਾਨੂੰ ਬੇਨਤੀ ਕਰਾਂ, ਰੋਜ਼ ਸੌਂਦਾ ਤੇ ਅੱਜ ਆਪ ਜੇ ਦੀਵਾਨ 10 ਵਜੇ ਤੱਕ ਤੇ 11 ਵੱਜ ਜਾਣ ਤੇ ਸੰਦੇਹ ਨਾ ਮੰਨਿਓ। ਇਹ ਘੜੀਆਂ ਇਹ ਪਲ ਲੰਘਦੇ ਰਹਿੰਦੇ ਆ। ਬਾਜਾਂ ਵਾਲੇ ਪ੍ਰੀਤਮ ਅੱਜ ਆਪ ਆਏ ਨੇ। ਅੱਜ ਉਹਨਾਂ ਦੀ ਯਾਦ ਨਹੀਂ, ਉਹਨਾਂ ਸ਼ਹੀਦਾਂ ਨੂੰ ਚੇਤੇ ਨਹੀਂ ਕਰ ਰਹੇ। ਉਹ ਸ਼ਹੀਦਾਂ ਦਾ ਪਹਿਰਾ ਲੱਗਾ ਸਾਧ ਸੰਗਤ ਜੀ। ਮੰਨ ਲਓ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਨਿਭਾ। ਤੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਭਾਈ ਸਾਹਿਬ ਬੈਠੇ ਨੇ, ਤੇ ਸਾਡੀ ਰੋਜ਼ ਦੀ ਰਾਤ ਹੀ ਐ ਗੁਰੂ ਕਿਰਪਾ ਸਦਕਾ ਲੰਘ ਰਹੀ ਹੈ। ਨਹੀਂ ਹੋਵੇ ਆਰਾਮ, ਸਾਰੀ ਜ਼ਿੰਦਗੀ ਸੌਂ ਕੇ ਕੱਢ ਲਈ ਹੈ। 3-4 ਘੰਟੇ ਨੀਂਦ ਹੈ, ਪਰ ਮੈਂ ਸਮਝਦਾ ਥਕਾਵਟ ਕੋਈ ਨਹੀਂ। ਨੀਂਦ ਤਾਂ ਇੱਕ ਦਿਨ ਪੂਰੀ ਨਾ ਹੋਏ ਤੇ ਦੂਜੇ ਦਿਨ ਪੰਜਾਬੀ ਚ ਕਹਿੰਦੇ ਬੰਦਾ ਮੂੰਹੜੇ ਮੂੰਹ ਜਾ ਪੈਂਦਾ। ਇੱਥੇ ਉਹ ਆਪ ਵਰਤਦੇ ਆ। ਜਿੱਥੇ ਆਪ ਵਰਤ ਜਾਏ ਨਾ, ਉੱਥੇ ਫਿਰ ਦੂਜੀ ਗੱਲ ਨਹੀਂ। ਜਦ ਜਾਂ ਹੋਰ ਬਾਤਾਂ ਨਾ ਕਰਾਂ, ਮੈਂ ਬੇਨਤੀ ਕਰਾਂ। ਅੱਲਾ ਯਾਰ ਖਾਨ ਜੋਗੀ ਕਹਿੰਦਾ ਸਤਿਗੁਰੂ ਦੀ ਯਾਦ ਵਿੱਚ ਜੁੜੇ ਨੇ ਸਿੱਖ ਸੁੱਤੇ ਹੋਏ। 2 ਸਿੱਖਾਂ ਨੇ ਪਹਿਰਾ ਮੰਗਿਆ ਸੀ, ਉਹ ਤਲਵਾਰ ਪਕੜ ਕੇ ਡੰਡਾ ਪਕੜ ਕੇ ਪਹਿਰਾ ਦੇ ਰਹੇ। ਅੱਧੀ ਕੁ ਰਾਤ ਬਤੀਤ ਹੋਈ ਸੀ। ਬਾਜਾਂ ਵਾਲੀ ਸਰਕਾਰ ਆਪਣੇ ਆਸਨ ਤੋਂ ਉੱਠ ਕੇ ਬਾਹਰ ਆ ਗਏ। ਹਕੀਮ ਸਾਹਿਬ ਲਿਖਦੇ ਨੇ, जब 1.5 घड़ी रात की जिक्र खुदा में, खैमे से निकलाए सरकार हवा में, कदमों से टहलते थे मगर दिल था दुआ में, बोले जाए खुदाबंद खुश हूं तेरी रजा में, करतार से गोया कहते थे रूबरू होकर, कल जाऊंगा मैं चमकौर से सुरखरू होकर। बड़े भाने विच आ गए, रजा विच आ गए। ऐ दोवें हथ हस्ते मुबारक फैलाए ते आख्या भी मैं तेरा हूं। रब के मुखातब हो गए, मैं तेरा हूं, मेरे बच्चे भी तेरे हैं मौला, जिस हाल में रखे वही हाल है अच्छा, जो शुक्र के सिवा जुबान पर नहीं है शिकवा। सिखा नूं वेख्या, आख्या मैं तेरा, ये मेरे तेरे, ये बच्चे भी मेरे तेरे ने। सिखा ते पुत्रां विच कोई अंतर नहीं। जान तो प्यारे सिखा नूं प्यार कीता। अल्लाह यार खान जोगी कहंदा है, सुते हुए सिखां दे जूड़े खुले ने, दमाले खुल गए बिखर गए। कच्ची गड़ी है, वो मिट्टी विच केस लत पथ ने। हजूर एक एक सिख दे कोल बैठदे ने, उन्हां दे केसां नूं ऐ धुंदे, वो मिट्टी उतरदी, उस मिट्टी नूं पूछ के अपने मत्थे नाल ला लैंदे। वो खाक नूं केसां दी राख नूं अपने मत्थे नाल लाउंदे। अल्लाह यार खान जोगी कहंदा है, सुते हुए सिख थके सन, विछौणे तो थल्ले को चला गया ते थल्ले मिट्टी है। ऐ मिट्टी पर दाड़े पर पिया है ना, ते दाड़े विच मिट्टी है। हजूर हौली जिहा सिर चुकदे ने, सीधा करदे ने, दाड़ा झाड़दे ने। वो खाक नूं अपने मत्थे नाल ला लैंदे ने। खालसे दे इस सबर नूं गुरु कलगियां वाले अखां तो नीर वहा के सत्कार रहे सन। अल्लाह यार खान जोगी कहता है, साफे कभी जमीन से उठाते थे सिंगों के, केस इसके जो झाड़े तो खाक ली उसकी जबी से, सर ठीक किए सरके हुए बाल छजी से, तरतीब दी हर चीज को ला ला के कहीं से। हाशा किसी मुर्शद में ये इसार नहीं है, ये प्यार किसी पीर में जिनहार नहीं है। सुते हुए सिखा नूं इस तरह बाजां वाले प्रीतम ने दुलारिया
ਜਿਵੇਂ ਮਾਂ ਆਪਣੇ ਸੁੱਤੇ ਹੋਏ ਬੱਚਿਆਂ ਨੂੰ ਸਾਂਭਦੀ। ਚਮਕੌਰ ਦੀ ਗੜੀ ਵਿੱਚ ਉਹ ਕਹਿੰਦਾ ਇੱਥੇ ਸਮਾਪਤੀ। ਉਹ ਕਹਿੰਦਾ ਸੁੱਤੇ ਹੋਏ ਸਿੱਖਾਂ ਦੇ ਗੁਰੂ ਸਾਹਿਬ ਨੇ ਮੁਖ ਚੁੰਮੇ, ਦਮਾਲੇ ਚੁੰਮੇ, ਹੱਥਾਂ ਨੂੰ ਚੁੰਮਿਆ, ਤੇ ਜਦੋਂ ਪੈਰਾਂ ਵਾਲੇ ਪਾਸੇ ਆਏ ਨਾ, ਗੁਰੂ ਕਲਗੀਆਂ ਵਾਲੇ ਤੋਂ ਰਿਹਾ ਨਾ ਗਿਆ, ਸੁੱਤੇ ਹੋਏ ਸਿੱਖਾਂ ਦੇ ਚਰਨ ਚੁੰਮ ਲਏ। ਹਕੀਮ ਸਾਹਿਬ ਦੀ ਰਚਨਾ, ਉਹ ਕਹਿੰਦਾ ਚੁੰਮਾ ਕਬੀ ਹਲਕੂਮ। ਹਲਕੂਮ ਕਹਿੰਦੇ ਆ ਗਰਦਨ, ਜਦੋਂ ਆਪਾਂ ਪੈਨੇ ਆ ਤਾਂ ਕਈ ਵਾਰੀ ਗਰਦਨ ਆਇਆ ਹੁੰਦੀ, ਇੱਥੇ ਸਪਰਸ਼ ਕਰਦੇ ਸਿੱਖਾਂ ਨੂੰ। ਚੁੰਮਾ ਕਬੀ ਹਲਕੂਮ, ਦਹਨ ਚੁੰਮਣੇ ਬੈਠੇ। ਸਿੱਖਾਂ ਦੇ ਹੱਥਾਂ ਦੇ ਵਿੱਚ ਤੇਗਾ ਵਾਹ ਵਾਹ ਕੇ ਜ਼ਖਮ ਹੋਏ ਸਨ, ਉਹਨਾਂ ਜ਼ਖਮਾਂ ਨੂੰ ਆਪਣੇ ਲਬਾਂ ਨਾਲ ਚੁੰਮਦੇ ਆ। ਚੁੰਮਾ ਕਬੀ ਹਲਕੂਮ, ਦਹਨ ਚੁੰਮਣੇ ਬੈਠੇ, ਜਬ ਪਾਇਤੀ ਆਏ ਤਬ ਚਰਨ ਚੁੰਮਣੇ ਬੈਠੇ। ਸੁੱਤੇ ਹੋਏ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀਰਾਸਨ ਲਾ ਕੇ ਚਰਨ ਚੁੰਮ ਲਏ। ਦੂਜੇ ਦਿਨ ਦਾ ਘਮਾਸਾਨ ਯੁੱਧ ਹੋਇਆ। ਬਾਬਾ ਅਜੀਤ ਸਿੰਘ ਦੀ 18 ਕੁ ਸਾਲ ਦੀ ਉਮਰ, ਸ਼ਹਾਦਤ ਦਾ ਜਾਮ ਪੀਤਾ। 14 ਕੁ ਸਾਲਾਂ ਦਾ ਛੋਟਾ ਵੀਰ ਜੁਝਾਰੂ ਜੁਝਾਰ ਸਿੰਘ ਜੂਝਿਆ, ਸ਼ਹੀਦ ਹੋ ਗਿਆ। ਪੁੱਤਰ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਮੌਂਟੀ ਦੇ ਉੱਤੇ ਖਲੋਤੇ ਹੋਏ ਨਾਰਾ ਬੁਲੰਦ ਕਰਦੇ। ਬਾਪੂ ਸੋਹਣ ਸਿੰਘ ਸੀਤਲ ਦੀਆਂ 17 ਨੇ। ਉਹ ਕਹਿੰਦੇ ਹੱਸ ਸ਼ਹੀਦੀ ਪਾ ਗਿਆ ਜਦੋਂ ਲਾਲ ਛਟੇਰਾ, ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ। ਹੱਸ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਤੇ ਬਾਪੂ ਸੋਹਣ ਸਿੰਘ ਸੀਤਲ ਕਹਿੰਦੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਵਾਹ ਤੇਰਾ ਜੇਰਾ। ਬਾਜਾਂ ਵਾਲੇ ਪ੍ਰੀਤਮ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰਾ ਜੇਰਾ ਹੈ। ਸਿੱਖਾਂ ਨੂੰ, ਪੁੱਤਰਾਂ ਨੂੰ ਸ਼ਹੀਦ ਕਰਾ ਕੇ ਚਮਕੌਰ ਦੀ ਗੜੀ ਵਿੱਚ ਮੈਂ ਅਰਮਤਾ 'ਚ ਬੇਨਤੀ ਕੀਤੀ, 3 ਪਿਆਰਿਆਂ ਦੀਆਂ ਸ਼ਹਾਦਤਾਂ, ਪਿਆਰੇ ਭਾਈ ਮੋਹਕਮ ਸਿੰਘ ਜੀ, ਪਿਆਰੇ ਭਾਈ ਹਿੰਮਤ ਸਿੰਘ ਜੀ, ਪਿਆਰੇ ਭਾਈ ਸਾਹਿਬ ਸਿੰਘ। 2 ਪਿਆਰਿਆਂ ਨੂੰ ਨਾਲ ਲੈ ਕੇ ਖਾਲਸੇ ਦੇ ਗੁਰਮਤਿ ਅੱਗੇ ਸੀਸ ਝੁਕਾ ਕੇ ਮਹਾਰਾਜ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਨਿਕਲਦੇ ਨੇ। ਮਾਛੀਵਾੜੇ ਦੇ ਜੰਗਲ, ਗੁਲਾਬੇ ਪੰਜਾਬੇ ਦਾ ਘਰ, ਗਨੀ ਖਾਂ ਨਬੀ ਖਾਂ ਨੂੰ ਚਰਨ ਛੋਹ ਦਿੱਤੀ। ਉੱਚ ਦੇ ਪੀਰ ਬਣ ਕੇ ਹਜੂਰ ਆਲਮਗੀਰ ਗਏ, ਖੇਰੀ ਗਏ, ਮੁਖੀ ਛੱਲਾ ਸਾਹਿਬ ਗੁਰਦੁਆਰਾ ਤੇ ਸਤਿਗੁਰੂ ਰਾਏ ਕੱਲੇ ਪਾਸ ਰਾਏਕੋਟ ਪਹੁੰਚਦੇ, ਟਾਲੀਆਣਾ ਸਾਹਿਬ ਗੁਰਦੁਆਰਾ ਉੱਥੇ। ਇਧਰ ਮਾਤਾ ਜੀ ਸਰਸਾ ਦੇ ਕੰਢੇ ਤੋਂ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਇੱਕ ਰਾਤ ਕੱਟੀ। ਦੂਜੇ ਦਿਨ ਗੰਗੂ ਦਾ ਆਪਣੇ ਘਰ ਲੈ ਗਿਆ, ਉਹਨੇ ਪਕੜਾ ਦਿੱਤਾ। ਅਗਲੀ ਰਾਤ ਕੋਤਵਾਲੀ, ਉਦੋਂ ਅਗਲੀ ਰਾਤ ਗੁਰੂ ਸਵਾਰਿਓ ਠੰਡੇ ਬੁਰਜ 'ਚ 3 ਦਿਨ ਦੀਆਂ ਪੇਸ਼ੀਆਂ, ਤੇ ਗੁਰੂ ਕੇ ਛੋਟੇ ਲਾਲਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ। ਸਮਾਂ ਸਮਾਪਤ ਹੋ ਗਿਆ। ਵਾਰਤਾ ਲੰਬੇਰੀ ਹੈ। ਨੂਰੇ ਮਾਖੀ ਨੇ ਆ ਕੇ ਸਾਰਾ ਵਿਸਾਰ ਦੱਸਿਆ ਸੀ। ਇਸ ਤਰ੍ਹਾਂ ਹਜੂਰ ਆਪ ਜੀ ਦੇ ਬੱਚੇ ਕੋ ਕੇ ਸ਼ਹੀਦ ਕਰ ਦਿੱਤੇ ਗਏ। ਮੋਤੀ ਰਾਮ ਮਹਿਰੇ ਨੇ ਦੁੱਧ ਪਿਆਇਆ ਤੇ ਹਜੂਰ ਨੇ ਕਿਹਾ ਸੀ, ਬੇਟਾ ਮੋਤੀ, ਮੇਰੇ ਪੁੱਤਰਾਂ ਨੂੰ ਦੁੱਧ ਪਿਆਉਣ ਵਾਲਿਆ, ਤੇਰੀ ਕੁੱਲ ਵਿੱਚ ਦੁੱਧ ਪੁੱਤ ਬਣਿਆ ਰਹੇਗਾ। ਮੋਤੀ ਰਾਮ ਮਹਿਰੇ ਨੇ ਦੁੱਧ ਪਿਆਇਆ। ਉਹਦੇ ਪਰਿਵਾਰ ਵਿੱਚ 4 ਜੀ ਸਨ। ਨਿੱਕਾ ਜਿਹਾ ਉਹਦਾ ਪੁੱਤਰ, ਇੱਕ ਪਤਨੀ, ਇੱਕ ਆਪ ਤੇ ਇੱਕ ਉਹਦੀ ਮਾਂ। 4 ਜੀਆਂ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਉਹਨਾਂ ਦੀ ਬਰਾਦਰੀ ਧਨ ਹੋ ਗਈ। ਬਾਬਾ ਮੋਤੀ ਮਹਿਰਾ ਜੀ ਅਮਰ ਹੋ ਗਏ। ਜਿਨ੍ਹਾਂ ਸ਼ਹੀਦਾਂ ਦੀ ਦਾਸਤਾਨ ਅਮਰ ਹੈ, ਕੋਡਰ ਮੱਲ ਨੂੰ ਕਦੇ ਨਹੀਂ ਭੁੱਲਣਾ ਸਾਡੀ ਕੌਮ ਨੇ। ਮੋਤੀ ਮਹਿਰੇ ਨੂੰ ਹਿਰਦੇ ਤੇ ਲਿਖਿਆ ਹੈ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਸਾਡੇ ਜੇਨ ਵਿੱਚ ਸਦਾ ਰਹੇਗਾ। ਤੇ ਗੰਗੂ ਪਾਪੀ ਨੂੰ ਸਦਾ ਹੀ ਦੁਰਕਾਰਾਂ ਪੈਂਦੀਆਂ ਰਹਿਣਗੀਆਂ। ਖਾਨ ਵਜੀਦੇ ਦੀ ਹਰ ਸਾਲ ਹੀ ਸਰਹੰਦ ਟੈਂਦੀ ਹੈ। ਬਾਜਾਂ ਵਾਲੇ ਦਾ ਝੰਡਾ ਉੱਚਾ ਹੁੰਦਾ ਹੈ। ਸਤਿਗੁਰੂ ਇਹਨਾਂ ਦਿਨਾਂ ਵਿੱਚ ਹਰ ਸਾਲ ਕਾਈ ਦਾ ਬੂਟਾ ਪੁੱਟਦੇ ਨੇ ਰਾਏਕੋਟ ਦੀ ਧਰਤੀ ਤੇ ਤੁਰਕਾਂ ਦੀ ਜੜ ਪੁੱਟ ਦਿੰਦੇ। ਇਹ ਬੜੀ ਵੱਡੀ ਸ਼ਹੀਦਾਂ ਦੀ ਦਾਸਤਾਨ ਹੈ। ਗੁਰੂ ਕੇ ਲਾਲਾਂ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ, ਉਹਨਾਂ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ
ਮਹਾਨ ਸਮਾਗਮਾਂ ਵਿੱਚ ਆਪਾਂ ਜੁੜ ਬੈਠੇ ਹਾਂ। ਲੋੜ ਹੈ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਲਵਕੜੀ ਦਾ ਨਿੱਘ ਮਿਲੇਗਾ। ਬਾਜਾਂ ਵਾਲੇ ਪ੍ਰੀਤਮ ਆਪਣੀ ਸਿੱਖੀ ਸਿੱਧਕ ਭਰੋਸੇ ਦੇ ਨਾਲ ਨਿਭਾ ਲੈਣ, ਇਹ ਅਰਜ਼ ਕਰੀਏ, ਜੋਦਰੀ ਕਰੀਏ। ਬਹੁਤ ਵੱਡਾ ਉਪਰਾਲਾ ਸਾਡੀ ਮੇਰੀ ਛੋਟੀ ਭੈਣ ਬੀਬੀ ਜਸਪ੍ਰੀਤ ਕੌਰ ਜੀ ਖਾਲਸਾ ਲੁਧਿਆਣੇ ਵਾਲੇ, ਮੇਰਾ ਨਿੱਕਾ ਵੀਰ ਗੁਰਨੂਰ ਸਿੰਘ ਜੀ, ਬਹੁਤ ਅੱਛਾ ਤਬਲਾ ਵਾਦਕ ਹੈ ਵੀਰ। ਇਹਨਾਂ ਦੇ ਉਪਰਾਲੇ ਸਦਕਾ ਪ੍ਰਬੰਧਕ ਕਮੇਟੀ ਦੇ ਸੰਯੋਗ ਦੇ ਨਾਲ ਬਹੁਤ ਵੱਡੇ ਮਹਾਨ ਸਮਾਗਮ ਹੋਏ ਹੈ। ਸਤਿਗੁਰੂ ਹੋਰ ਕਿਰਪਾ ਕਰਨ, ਬਖਸ਼ਿਸ਼ ਕਰਨ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਬਾਜਾਂ ਵਾਲੇ ਪ੍ਰੀਤਮ ਮਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜਿਨ੍ਹਾਂ ਆਪ ਵਰਤ ਕੇ ਆਪਣੀਆਂ ਗਥਾਵਾਂ ਆਪ ਹੀ ਪਾਵਨ ਸੇਵਾ ਲਈ ਹੈ। ਇੱਥੇ ਸਮਾਪਤੀ ਹੈ। ਅਗਲਾ ਪ੍ਰੋਗਰਾਮ ਆਪ ਜੀ ਨੂੰ ਦੱਸਿਆ ਜਾ ਰਿਹਾ। ਸਕੱਤਰ ਸਾਹਿਬ ਮੇਰੇ ਭਾਜੀ ਆਪ ਜੀ ਨੂੰ ਅਨਾਉਂਸ ਕਰਨਗੇ। ਸਤਿਕਾਰਯੋਗ ਕੌਮ ਦੇ ਮਹਾਨ ਕੀਰਤਨੀਏ ਭਾਈ ਸੁਖਜਿੰਦਰ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਸੰਗਤਾਂ ਦੇ ਅਗਲੇ ਸਮੇਂ ਵਿੱਚ ਖਾਤਮ ਹੋ ਰਹੇ ਨੇ। ਦਾਸ ਜੀ ਨੇ ਕੁਝ ਸ਼ਬਦ ਪ੍ਰਵਾਨ ਕਰਨੇ। ਤੁਸੀਂ ਥੋੜੀ ਜਿਹੀ ਹਿਲਜੁਲ ਰੱਖੀਏ, ਟਿਕਾ ਨਹੀਂ ਬਣਿਆ। ਇਹ ਗਾਥਾ ਬੜੀ ਗਹਿਰੀ ਹੈ, ਡੂੰਘੀ ਹੈ, ਔਰ ਹਿਰਦੇ ਕਰਕੇ ਗਵਾਚ ਜਾਈਏ। ਇਹਨਾਂ ਰਾਤਾਂ 'ਚ ਸੌਣਾ ਨਹੀਂ ਚਾਹੀਦਾ। ਸਾਰੀ ਰਾਤ ਸਮਾਗਮਾਂ ਦੀ ਹਾਜ਼ਰੀ ਭਰੋ। ਆ ਰਾਤਾਂ ਦਾ ਇਹ ਠੰਡ ਉਹਨਾਂ ਸ਼ਹੀਦਾਂ ਦੀ ਨਿੱਘ ਮਾਣੋ। ਮਨੁੱਖਾ ਦੇਹੀ ਸਫਲ ਹੋਏਗੀ। ਬੇਅੰਤ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਮੰਗਾ। ਗੁਰਫਤਿਹ ਨਾਲ ਕਰਾਂ ਸਾਂਝ, ਗਜਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬਲਵਿੰਦਰ ਸਿੰਘ ਜੀ ਕਥਾਵਾਚਕ। ਆਪ ਜੀ ਨੂੰ ਗੁਰੂ ਇਤਿਹਾਸ ਦੇ ਨਾਲ ਜੋੜ ਰਹੇ ਸਨ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਨਾਲ ਹੀ ਬੇਨਤੀ ਹੈ ਕਿ ਹੁਣ ਸਾਡੇ ਵਿੱਚ ਭਾਈ ਸੁਖਜਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਜੋ ਕਿ ਆਪ ਜੀ ਨੂੰ 10:30 ਵਜੇ ਦਾ ਟਾਈਮ ਸੀ। ਅੱਗੋਂ ਭਾਈ ਸਾਹਿਬ ਜੀ 10-15 ਮਿੰਟ ਉੱਪਰ ਵੀ ਹੋ ਜਾਣ ਤੇ ਕੋਈ ਗੱਲ ਨਹੀਂ, ਕਿਉਂ ਜਦੋਂ ਗੁਰੂ ਚਰਨਾਂ ਦੇ ਨਾਲ ਜੁੜੇ ਹੋਈਏ ਸਾਧ ਸੰਗਤ ਜੀ, ਤੇ ਫਿਰ ਘੜੀਆਂ ਦਾ ਪਤਾ ਵੀ ਨਹੀਂ ਲੱਗਦਾ। ਕਬੀਰ ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਸਾਡੇ ਵਿੱਚ ਭਾਜੀ ਰਜਿੰਦਰ ਸਿੰਘ ਜੀ ਰਾਜਾ ਉਚੇਚੇ ਤੌਰ ਤੇ ਪਹੁੰਚੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਬਣਦਾ ਸਨਮਾਨ ਲੈਣ ਦੀ ਕਿਰਪਾਲਤਾ ਕਰੋ। ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਭਾਜੀ ਸਰਦਾਰ ਰਜਿੰਦਰ ਸਿੰਘ ਜੀ ਰਾਜਾ, ਉਹਨਾਂ ਨੂੰ ਬੇਨਤੀ ਹੈ ਕਿ ਸਨਮਾਨ ਲੈਣ ਦੀ ਕਿਰਪਾਲਤਾ ਕਰੋ। ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਬਾਹਰ ਦੁੱਧ ਦਾ ਲੰਗਰ ਵੀ ਚੱਲ ਰਿਹਾ ਹੈ, ਚੁੱਪ ਦਾ ਦਾਨ ਬਖਸ਼ੋ। ਤੇ ਜਿਨ੍ਹਾਂ ਨੇ ਲੰਗਰ ਛਕ ਲਿਆ ਹੈ, ਆ ਕੇ ਦਰਬਾਰ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਹੁਣ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ